ਜਿਹੜੇ ਇਹ ਬਿੱਲ ਬਣੇ ਗਏ ਨੇ ਧੱਕੇ ਨਾਲ ਸਰਕਾਰ ਨੇ ਬਿੱਲ ਬਣਾਏ ਨੇ ਕੋਵਿਡ ਦੇ ਵੇਲੇ ਬਿਨਾਂ ਡਿਸਕਸ਼ਨ ਦੇ ਸੋ ਤਾਂ ਹੀ ਅਸੀਂ ਬੋਲਦੇ ਕਿ ਇਹਨਾਂ ਰੱਦ ਕੀਤੇ ਜਾਣ ਮੋਦੀ ਜੀ ਹੁਣੇ ਗਏ ਉੱਥੇ ਗੁਰਦੁਆਰੇ ਗਏ ਸੀ ਰਾਈਟ ਐਵਰੀਬਡੀ ਇਜ਼ ਵੈਲਕਮਡ ਇਨ ਦ ਗੁਰਦੁਆਰਾ ਸਾਰੇ ਵੈਲਕਮ ਨੇ ਗੁਰਦੁਆਰੇ ਦੇ ਵਿੱਚ ਬਟ ਇੰਸਟੈਡ ਆਫ ਆਪਣੀ ਫੋਟੋ ਸ਼ੂਟਾਂ ਕਰਨ ਵਾਸਤੇ ਇੰਸਟੈਡ ਆਫ ਦੈਟ ਤੁਹਾਨੂੰ ਉੱਥੇ ਜਾਣਾ ਚਾਹੀਦਾ ਜਿੱਥੇ 250 ਮਿਲੀਅਨ ਕਿਸਾਨ ਸਫਰ ਕਰ ਰਹੇ ਨੇ ਠੰਡ ਦੇ ਵਿੱਚ ਤੇ ਤੁਹਾਨੂੰ ਫਰੰਟ ਲਾਈਨਸ ਉੱਤੇ ਜਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਬਿਕਾਜ਼ ਆ ਟੈਕਟਿਕਸ ਨਹੀਂ ਕੰਮ ਕਰਨੀ 4 ਜਨਰੇਸ਼ਨਾਂ ਉੱਥੇ ਇਕੱਠੀਆਂ ਹੈਗੀਆਂ ਨੇ ਤੇ ਜਿਹੜੇ ਬਜ਼ੁਰਗ ਹੈਗੇ ਨੇ ਉੱਥੇ ਵਿਚਾਰਿਆਂ ਨੂੰ ਉੱਥੇ ਜ਼ਮੀਨਾਂ ਦੇ ਉੱਤੇ ਸੌਣਾ ਪੈਂਦਾ ਟਰੈਕਟਰਾਂ ਦੇ ਉੱਤੇ ਸੌਣਾ ਪੈਂਦਾ ਕਿ ਅਸੀਂ ਸਪੋਰਟ ਨਹੀਂ ਕਰਾਂਗੇ ਇਸ ਚੀਜ਼ ਨੂੰ ਅਸੀਂ ਰਾਤੀ ਦੇ ਘਰ ਜਾ ਕੇ ਅਸੀਂ ਰਜਾਈਆਂ 'ਚ ਸੌਂ ਜਾਂਦੇ ਹਾਂ ਹੀਟਡ ਘਰਾਂ ਦੇ ਵਿੱਚ ਸੌਂ ਜਾਂਦੇ ਹਾਂ ਪਰ ਉਹਨਾਂ ਨੂੰ ਉੱਤੇ ਸਟਰੀਟਸ ਉੱਤੇ ਸੌਣਾ ਪੈ ਰਿਹਾ ਆਪਣੇ ਟਰੈਕਟਰਾਂ ਦੇ ਵਿੱਚ ਸੌਣਾ ਪੈਣਾ ਕਿੰਨੀ ਬੁਰੀ ਗੱਲ ਹੈਗੀ ਸੋ ਜਿੱਦਾਂ ਗੋਦੀ ਮੀਡੀਆ ਹੈਗਾ ਉਹ ਕੀ ਕਰਦੇ ਨੇ ਇੱਕ ਵੀਡੀਓ ਐਡਿਟ ਕਰਕੇ ਫਿਰ 15 ਦਿਨ ਆਪਣੇ ਚੈਨਲ ਉੱਪਰ ਚਲਾਉਂਦੇ ਨੇ ਦੈਟ ਉਹ ਕੀ ਬੋਲਦੇ ਆ ਵਾਲੇ ਪ੍ਰੋਟੈਸਟ ਬਹੁਤ ਖਰਾਬ ਨੇ ਜਿਹੜੇ ਸਿੱਖ ਨੇ ਸਿੱਖ ਬਣੇ ਕਿਉਂ ਸੀ ਟੂ ਸਟੈਂਡ ਅਪ ਅਗੇਂਸਟ ਦ ਰੋਂਗ ਥਿੰਗ Stay strong. We stand with you guys. ਨਾਲ ਦੇ ਨਾਲ ਹੀ ਅਸੀਂ ਪਿੱਛੇ ਇੰਡੀਆ ਨੂੰ ਉਸ ਰੈਲੀ ਅੰਦੋਲਨ ਵਾਸਤੇ ਅਸੀਂ ਪੈਸੇ ਭੇਜ ਰਹੇ ਹਾਂ ਕਿ ਉੱਥੇ ਫੂਡ ਦੀ ਸਪਲਾਈ ਨਾ ਮੁੱਕੇ ਤੇ ਨਾਲ ਦੇ ਨਾਲ ਕਲੋਥਿੰਗ ਨਾ ਮੁੱਕੇ ਰਾਈਟ ਸੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਮਦਰਦ ਟੀਵੀ ਦੀ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਘੁੰਮਣ ਤੇ ਮੇਰੇ ਨਾਲ ਨੇ ਮੇਰੇ ਕੈਮਰਾਮੈਨ ਹਰਸ਼ ਦੋਸਤੋ 26 ਨਵੰਬਰ ਦਾ ਦਿਨ ਨਾ ਸਿਰਫ ਭਾਰਤ ਵਿੱਚ ਬਲਕਿ ਦੁਨੀਆ ਦੇ ਵਿੱਚ ਇੱਕ ਇਤਿਹਾਸ ਸਿਰਜਿਆ ਗਿਆ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਵਿੱਚ ਇਸ ਵਕਤ ਹੁਮ-ਹੁਮਾ ਕੇ ਲੋਕ ਪਹੁੰਚ ਰਹੇ ਨੇ ਪੀਸਫੁਲੀ ਜਿਸ ਤਰੀਕੇ ਨਾਲ ਇਹ ਪ੍ਰੋਟੈਸਟ ਹੋ ਰਿਹਾ ਇਹ ਸਿਰਫ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਇਸ ਦੀ ਗੂੰਜ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਅੱਜ ਜਿੱਥੇ-ਜਿੱਥੇ ਪੰਜਾਬੀ ਵਾਸਤੇ ਨੇ ਜਿੱਥੇ-ਜਿੱਥੇ ਭਾਰਤੀ ਵਾਸਤੇ ਨੇ ਦੁਨੀਆ ਦੇ ਹਰ ਉਸ ਕੋਨੇ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਸ ਵਕਤ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਤਾਂ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਇਸ ਵਕਤ ਵਿਦੇਸ਼ਾਂ ਵਿੱਚ ਬੈਠੇ ਨੇ ਚਾਹੇ ਇਸ ਵਕਤ ਉਹਨਾਂ ਦਾ ਕੋਈ ਰਿਸ਼ਤੇਦਾਰ ਇਹਨਾਂ ਧਰਨਿਆਂ ਵਿੱਚ ਪਹੁੰਚਿਆ ਹੋਵੇ ਨਾ ਪਹੁੰਚਿਆ ਹੋਵੇ ਬਟ ਸਟਿਲ ਵਿਦੇਸ਼ਾਂ ਵਿੱਚ ਰੈਲੀਆਂ ਉਸੇ ਤਰੀਕੇ ਨਾਲ ਜਾਰੀ ਨੇ ਇੱਥੇ ਅਸੀਂ ਦੇਖਦੇ ਹਾਂ ਕਿ ਸਟੂਡੈਂਟਸ ਖਾਸ ਤੌਰ ਤੇ ਇੱਥੇ ਜਿਹੜੇ ਬੱਚੇ ਨੇ ਖਾਸ ਤੌਰ ਤੇ ਚਾਹੇ ਬਰਫ਼ ਪੈ ਰਹੀ ਹੋਵੇ ਸਨੋ ਪੈ ਰਹੀ ਹੋਵੇ ਇਸ ਦੇ ਬਾਵਜੂਦ ਚੌਰਸਤਿਆਂ ਦੇ ਉੱਤੇ ਚੌਂਕਾਂ ਦੇ ਉੱਤੇ ਨੋ ਫਾਰਮਰਸ ਨੋ ਫੂਡ ਦੇ ਜਿਹੜੇ ਆ ਬੈਨਰਸ ਲੈ ਕੇ ਖੜੇ ਨੇ ਰੈਲੀਜ਼ ਦੇ ਵਿੱਚ ਜਿੰਨੀ ਮਰਜ਼ੀ ਠੰਡ ਹੋਵੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਇੰਨੀ ਠੰਡ 'ਚ ਤੁਸੀਂ ਪਹੁੰਚੋ ਤਾਂ ਉਹਨਾਂ ਦਾ ਇੱਕ ਹੀ ਜਵਾਬ ਹੁੰਦਾ ਕਿ ਸਾਡੇ ਬਜ਼ੁਰਗ ਜਿਹੜੇ ਇੰਨੀ ਠੰਡ ਵਿੱਚ ਉੱਥੇ ਬੈਠੇ ਨੇ ਅਸੀਂ ਤਾਂ ਹਜੇ ਸਿਰਫ ਕੁਝ ਘੰਟੇ ਰੈਲੀ ਦੇ ਵਿੱਚ ਹੀ ਪਹੁੰਚੇ ਹਾਂ ਸੋ ਹਰੇਕ ਦੇ ਮਨ ਦੇ ਵਿੱਚ ਇਸ ਜਿਹੜਾ ਅੰਦੋਲਨ ਨੇ ਜੋਸ਼ ਪੈਦਾ ਕਰ ਦਿੱਤਾ ਇਸ ਵਕਤ ਇਹ ਨਹੀਂ ਹੈ ਕਿ ਸਿਰਫ ਜਿਹੜੇ NRIs ਨੇ ਉਹੀ ਇਸ ਰੈਲੀ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਉਹਨਾਂ ਦੇ ਵਿਦੇਸ਼ਾਂ ਵਿੱਚ ਜੰਮਪਲ ਬੱਚੇ ਵੀ ਜਿਹੜੇ ਨੇ ਉਹ ਇਸ ਰੈਲੀ ਦੇ ਵਿੱਚ ਪੂਰਾ ਵੱਧ ਚੜ ਕੇ ਆਪਣਾ ਜਿਹੜਾ ਹਿੱਸਾ ਪਾ ਰਹੇ ਨੇ ਅੱਜ ਅਸੀਂ ਤੁਹਾਡੀ ਮੁਲਾਕਾਤ ਉਹਨਾਂ 3 ਬੱਚਿਆਂ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਨਾ ਸਿਰਫ ਆਪਣੇ ਪੰਜਾਬੀ ਭਾਈਚਾਰੇ ਨੂੰ ਨਾ ਸਿਰਫ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਵਾਇਆ ਬਲਕਿ ਪੂਰੇ ਕੈਨੇਡਾ ਨੂੰ ਪ੍ਰਾਊਡ ਫੀਲ ਕਰਾਇਆ ਪੂਰੇ ਕੈਨੇਡਾ ਨੂੰ ਇਹਨਾਂ ਬੱਚਿਆਂ ਦੇ ਉੱਤੇ ਮਾਣ ਹੈ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜੀ ਇਹਨਾਂ ਤਿੰਨੋਂ ਬੱਚਿਆਂ ਦੇ ਨਾਲ ਸੋ ਮੈਂ ਇਹਨਾਂ ਤਿੰਨਾਂ ਨੂੰ ਪੁੱਛਣਾ ਚਾਹੂੰਗੀ ਤੁਸੀਂ ਕਦੇ ਪੰਜਾਬ ਗਏ ਹੋ ਹਾਂਜੀ ਅਸੀਂ ਫॉर श्योर ਜਾ ਚੁੱਕੇ ਹਾਂ ਸਾਡਾ ਈਵਨ ਮਮ ਦੇ ਸਾਈਡ ਦੇ ਉੱਤੇ ਉਹਨਾਂ ਦੀ ਜ਼ਮੀਨ ਹੈਗੀ ਤੇ ਬਹੁਤ ਖੇਤੀ ਨਾਲ ਜੁੜੇ ਹੋਏ ਆ ਅਸੀਂ ਤੇ ਸਾਨੂੰ ਜਿਹੜਾ ਆ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਦਿਸ ਇਜ਼ ਦ ਲਾਰਜੈਸਟ ਸਭ ਤੋਂ ਵੱਡਾ ਪ੍ਰੋਟੈਸਟ ਹੋਇਆ ਹੈਗਾ ਹਿਊਮਨ ਹਿਸਟਰੀ ਦੇ ਵਿੱਚ ਤੇ ਸਾਡੇ ਬਹੁਤ ਨੀਅਰ ਐਂਡ ਡੀਅਰ ਹੈਗਾ ਸਾਡੇ ਰਿਲੇਟਿਵਸ ਅਫੈਕਟਡ ਹੈਗੇ ਨੇ ਪੂਰਾ ਪੰਜਾਬ ਅਫੈਕਟਡ ਹੈ ਪੂਰਾ ਇੰਡੀਆ ਦੇ ਕਿਸਾਨ ਅਫੈਕਟਡ ਨੇ ਇਸ ਬਾਰੇ ਬਹੁਤੀ ਵਾਰੀ ਇਹ ਕਿਹਾ ਜਾਂਦਾ ਹੈ ਕਿ ਬੱਚੇ ਜਿਹੜੇ ਆ ਪੇਰੈਂਟਸ ਦੇ ਨਾਲ ਜਾ ਰਹੇ ਨੇ ਰੈਲੀਜ਼ ਦੇ ਵਿੱਚ ਇੱਥੇ ਸ਼ਮੂਲੀਅਤ ਕਰ ਰਹੇ ਨੇ ਮੈਂ ਤੁਹਾਨੂੰ ਵੀ ਦੇਖਿਆ ਜਿੰਨੀਆਂ ਕਿ ਮੈਂ ਰੈਲੀਜ਼ ਕਵਰ ਕੀਤੀਆਂ ਨੇ ਵਿੱਚ ਤੁਹਾਡੀਆਂ ਵੀ ਮੈਂ ਫੁਟੇਜ ਇਸ ਵਿੱਚ ਦੇਖੀਆਂ ਨੇ ਸੋ ਰੈਲੀਜ਼ ਦੇ ਵਿੱਚ ਪੇਰੈਂਟਸ ਦੇ ਕਹਿਣ ਤੇ ਜਾ ਰਹੇ ਹੋ ਜਾਂ ਤੁਸੀਂ ਖੁਦ ਵੀ ਇਹਦੇ ਬਾਰੇ ਥੋੜਾ ਬਹੁਤ ਤੁਹਾਨੂੰ ਨੌਲੇਜ ਹੈਗੀ ਹੈ ਫॉर श्योर ਅਸੀਂ ਬਹੁਤ ਰਿਸਰਚ ਕੀਤੀ ਹੈ ਇਸ ਟੌਪਿਕ ਦੇ ਉੱਤੇ ਤੇ ਸਾਨੂੰ ਪੂਰਾ ਅਸੀਂ ਪੜ੍ਹੇ ਹੋਏ ਨੇ ਕਿ ਤਿੰਨ ਬਿੱਲ ਕੀ ਹੈਗੇ ਨੇ ਈਵਨ ਇਕਨੋਮਿਕਲੀ ਮੇਕ ਸੈਂਸ ਨਹੀਂ ਕਰਦੇ ਫਾਰਮਰਸ ਵਾਸਤੇ ਉਹ ਅਸੀਂ ਬਾਅਦ 'ਚ ਤੁਹਾਨੂੰ ਐਕਸਪਲੇਨ ਕਰਾਂਗੇ ਥੋੜ੍ਹਾ ਰੀਕੈਪ ਦੇਵਾਂਗੇ ਬਟ ਜੋ ਅਸੀਂ ਕਰ ਰਹੇ ਇੱਥੇ ਬਹਿ ਕੇ ਤੁਸੀਂ ਦੇਖੋਗੇ ਕਿ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ US ਦੇ ਵਿੱਚ UK ਦੇ ਵਿੱਚ ਆਲ ਅਰਾਊਂਡ ਦ ਵਰਲਡ ਰੈਲੀਜ਼ ਚੱਲ ਰਹੀਆਂ ਨੇ ਜਿੰਨੀਆਂ ਵੀ ਇੱਥੇ ਰੈਲੀਜ਼ ਹੋਈਆਂ ਨੇ ਅਸੀਂ ਉੱਥੇ ਪਾਰਟਿਸਿਪੇਟ ਕੀਤਾ ਆ ਨਾਲ ਦੇ ਨਾਲ ਹੀ ਅਸੀਂ ਪਿੱਛੇ ਇੰਡੀਆ ਨੂੰ ਉਸ ਰੈਲੀ ਅੰਦੋਲਨ ਵਾਸਤੇ ਅਸੀਂ ਪੈਸੇ ਭੇਜ ਰਹੇ ਹਾਂ ਕਿ ਉੱਥੇ ਫੂਡ ਦੀ ਸਪਲਾਈ ਨਾ ਮੁੱਕੇ ਤੇ ਨਾਲ ਦੇ ਨਾਲ ਕਲੋਥਿੰਗ ਨਾ ਮੁੱਕੇ ਰਾਈਟ ਸੋ ਇੱਦਾਂ ਅਸੀਂ ਗਿਵ ਬੈਕ ਕਰੇ ਨਾਲ ਦੇ ਨਾਲ ਤੁਸੀਂ ਸਾਡੇ ਸੋਸ਼ਲ ਮੀਡੀਆ 'ਤੇ ਜਾ ਕੇ ਦੇਖ ਸਕਦੇ ਹੋ ਅਸੀਂ ਆਲਵੇਜ਼ ਜਿਹੜੀ ਵੀ ਨਿਊ ਡਿਵੈਲਪਮੈਂਟਸ ਹੁੰਦੀਆਂ ਨੇ ਅੰਦੋਲਨ ਦੇ ਵਿੱਚ ਅਸੀਂ ਉਹ ਪੋਸਟ ਕਰਦੇ ਹਾਂ ਹੁਣ ਅਸੀਂ 33rd ਡੇ ਦੇ ਉੱਤੇ ਅਸੀਂ ਪਹੁੰਚ ਗਏ
ਆ ਸਾਡੀ ਇਹੀ ਬੇਨਤੀ ਹੈਗੀ ਆ ਕਿ ਸਰਕਾਰ ਸੁਣੇ ਤੇ 3 ਕਾਲੇ ਕਾਨੂੰਨ ਰੱਦ ਕੀਤੇ ਜਾਣ। ਤੁਹਾਨੂੰ ਲੱਗ ਰਿਹਾ ਕਿ ਜਿਹੜੀਆਂ ਇੱਥੇ ਰੈਲੀਜ਼ ਹੋ ਰਹੀਆਂ ਨੇ ਜਾਂ ਇਹਨਾਂ ਪ੍ਰੋਟੈਸਟ ਹੋ ਰਿਹਾ ਇਹਨਾਂ ਦਾ ਕੋਈ ਅਸਰ ਜਿਹੜਾ ਹੈ ਇੰਡੀਆ ਦੇ ਉੱਤੇ ਜਾਂ ਇੰਡੀਅਨ ਗਵਰਨਮੈਂਟ ਦੇ ਉੱਤੇ ਕੋਈ ਪਏਗਾ? ਫॉर श्योर ਸਾਨੂੰ ਬਹੁਤ ਲੱਗ ਰਿਹਾ ਹੁਣ ਤੱਕ ਤੇ ਇਵਨ ਜਿਹੜਾ ਪਿੱਛੇ ਜੇ ਪ੍ਰਾਈਮ ਮਿਨਿਸਟਰ ਟਰੂਡੋ ਬੋਲੇ ਸੀ ਇਸ ਅੰਦੋਲਨ ਵਾਸਤੇ ਸੇਇੰਗ that he is with farmers ਕਿ ਉਹ ਫਾਰਮਰਸ ਨਾਲ ਹੈਗੇ ਨੇ ਅਸੀਂ ਤਿੰਨੋਂ ਵੀ ਉਸ ਮੀਟਿੰਗ ਦੇ ਵਿੱਚ ਹੈਗੇ ਸੀ ਰਾਈਟ ਤੇ ਸਾਨੂੰ ਬਹੁਤ ਲੱਗਾ ਕਿ ਲੁੱਕ ਜੇ ਇੰਨੇ ਵੱਡੇ world leaders ਨਾਲ ਹੈਗੇ ਨੇ farmers ਦੇ standing up for the right thing ਤੇ ਹੁਣ ਤੱਕ ਤੇ ਸਰਕਾਰ ਨੂੰ ਤੇ ਪਤਾ ਲੱਗ ਗਿਆ ਤੇ ਹੁਣ ਇਹਨੂੰ ਸਮਝ ਆ ਜਾਣੀ ਚਾਹੀਦੀ ਆ before things get out of hand before ਕੁਝ ਕੰਮ ਵਿਗੜ ਜਾਏ ਉਹਨਾਂ ਨੂੰ ਇਹ 3 ਬਿੱਲ ਰੱਦ ਕਰ ਲੈਣੇ ਚਾਹੀਦੇ ਆ। ਤੁਸੀਂ ਫੁਟੇਜਸ ਵੀ ਦੇਖਦੇ ਹੋਣੇ ਆ ਜਿਵੇਂ ਨਿਊਜ਼ ਦੇ ਵਿੱਚ ਐਂਡ ਆਲ ਦੈਟ ਕਿਸਾਨੀ ਦੇ ਉੱਤੇ ਸੌਂਗਸ ਵੀ ਆ ਰਹੇ ਨੇ ਸੋ ਫੁਟੇਜਸ ਜਦੋਂ ਉੱਥੋਂ ਦੀਆਂ ਦੇਖਦੇ ਹੋ ਇੰਨੀ ਠੰਡ ਦੇ ਵਿੱਚ ਇਸ ਟਾਈਮ ਆਪਾਂ ਵੀ ਇੱਥੇ ਖੜੇ ਹਾਂ ਉਹ ਰਾਤ ਨੂੰ ਇੰਨੀ ਠੰਡ ਵਿੱਚ ਓਪਨ 'ਚ ਸੌਂਦੇ ਨੇ ਕੀ ਫੀਲ ਹੁੰਦਾ ਆ? ਸਾਨੂੰ ਬਹੁਤ ਦੁੱਖ ਲੱਗਦਾ ਰਾਈਟ ਬਿਕਾਜ਼ ਅਸੀਂ ਵੀ ਵਾਂਟ ਟੂ ਹੈਲਪ them ਬਟ ਅਸੀਂ ਹੁਣ ਸੋਸ਼ਲ ਕਮਿਊਨਿਟੀ ਹੈਲਪ ਕਰਦੇ ਇੱਥੇ ਨਾਨ ਪ੍ਰੋਫਿਟ ਤੇ ਸਾਨੂੰ ਬਹੁਤ ਜੀ ਕਰਦਾ ਅਸੀਂ ਉੱਥੇ ਇੰਡੀਆ ਜਾਏ ਤਾਂ ਅਸੀਂ ਪ੍ਰੋਟੈਸਟ ਨਾਲ ਮਦਦ ਕਰੀਏ ਰਾਈਟ ਤੇ we try our best ਅਸੀਂ ਪੈਸੇ ਭੇਜਦੇ ਹਾਂ ਕੈਨੇਡਾ ਤੋਂ ਤੇ ਅਸੀਂ we try to send food but we're doing the best we can do। ਤੁਹਾਡੀ ਜਿਵੇਂ ਇੱਥੇ ਬਾਕੀ ਆਪਾਂ ਗੱਲਬਾਤ ਕਰੀਏ ਬਾਕੀ ਲੋਕਾਂ ਨਾਲ ਵੀ ਗੱਲ ਹੁੰਦੀ ਹੋਣੀ ਹੈ ਤੁਹਾਡੀ ਅਸੀਸ ਫਾਊਂਡੇਸ਼ਨ ਦੇ ਜ਼ਰੀਏ ਲੋਕੀ ਕਿੰਨਾ ਕੁ ਸਪੋਰਟ ਕਰ ਰਹੇ ਨੇ? ਇਸ ਕਾਜ਼ ਸੇ ਸਾਰੇ ਬੰਦੇ ਸਪੋਰਟ ਕਰ ਰਹੇ ਨੇ ਜਿੱਦਾਂ ਪਹਿਲੇ ਸਾਡੀ ਬਲੈਕ ਲਾਈਵਸ ਮੈਟਰ ਹੁੰਦੇ ਸੀ ਤਾਂ ਅਸੀਂ ਸਪੋਰਟ ਕੀਤਾ ਹੁਣ all ਕਮਿਊਨਿਟੀ ਨੇ ਉਹ ਸਾਨੂੰ ਹੈਲਪ ਕਰ ਰਹੇ ਨੇ ਇਸ ਕਾਜ਼ ਵਿੱਚ ਸੋ ਅਸੀਂ ਬਹੁਤ ਹੈਪੀ ਹਾਂ that everybody is taking part and taking care of this peaceful protest। ਤਾਨੀ ਮੈਂ ਦੇਖਿਆ ਕਿ ਤੁਹਾਡੀ ਇਹ ਆਫੀਸ਼ੀਅਲਸ ਨਾਲ ਵੀ ਹਮੇਸ਼ਾ ਮੁਲਾਕਾਤ ਹੋਈ ਆ ਗੁਰਪੁਰਬ ਤੇ ਵੀ ਮਿਸਟਰ ਟਰੂਡੋ ਜਦੋਂ ਸਾਨੂੰ ਉਸ ਮੀਟਿੰਗ ਵਿੱਚ ਵੀ ਤੁਸੀਂ ਆਨਲਾਈਨ ਨਾਲ ਸੀਗੇ ਸੋ ਉਹਨਾਂ ਨਾਲ ਕਦੇ ਇਸ ਬਾਰੇ ਗੱਲਬਾਤ ਹੋਈ ਹੈ ਕਿ ਫਾਰਮਰਸ ਨਾਲ ਜੋ ਚੱਲ ਰਿਹਾ ਵਾ ਜਾਂ ਆਪਣੇ ਐਮਪੀਸ ਨਾਲ ਤੁਹਾਡੀ ਗੱਲਬਾਤ ਹੋਈ ਹੋਏ ਇਸ ਦੇ ਰਿਗਾਰਡਿੰਗ ਕਦੇ ਕਿ ਕੀ ਚੱਲ ਰਿਹਾ ਉੱਥੇ ਜਾਂ ਕੋਈ ਸਰਕਾਰ ਨੇ ਕੋਈ ਗੱਲ ਕੀਤੀ? For sure so ਸਾਨੂੰ ਇਹੀ discussions ਤੋਂ ਮੈਂ ਸ਼ੇਅਰ ਕਰ ਸਕਦੀ ਹਾਂ ਕਿ already Canadian officials already Indian officials ਨਾਲ ਗੱਲ ਕਰ ਚੁੱਕੇ ਨੇ ਕਿ ਜੋ ਪੀਸਫੁਲ ਪ੍ਰੋਟੈਸਟ ਹੋ ਰਹੇ ਨੇ ਤੁਸੀਂ ਜੇ ਸੋਚ ਕੇ ਦੇਖੋ ਹਿਸਟਰੀ ਦੇ ਵਿੱਚ ਕੋਈ ਵੀ ਪ੍ਰੋਟੈਸਟ ਹੋਇਆ ਇੰਨਾ ਪੀਸਫੁਲ ਤੁਸੀਂ ਕਦੀ ਕਿਤੇ ਦੇਖਿਆ ਨਹੀਂ ਦੇਖਿਆ ਰਾਈਟ ਉੱਥੇ ਲੰਗਰ ਚੱਲ ਰਿਹਾ ਜੋ ਗੁਰੂ ਨਾਨਕ ਦੇਵ ਜੀ ਨੇ 539 years back 20 ਰੁਪਏ ਦੇ ਨਾਲ ਲੰਗਰ ਸ਼ੁਰੂ ਕੀਤਾ ਸੀ ਉਸ ਦਾ ਅਸੀਂ ਅੱਜ ਤੱਕ ਅਸੀਂ ਉਸ ਦਾ ਦੇਖ ਰਹੇ ਹਾਂ ਕਿ ਜਨਰੇਸ਼ਨ ਆਫਟਰ ਜਨਰੇਸ਼ਨ ਇੰਪਲੀਮੈਂਟ ਹੋਈ ਜਾ ਰਹੀ ਹੈ ਚੀਜ਼ ਰਾਈਟ ਸੋ ਜੋ ਕੈਨੇਡੀਅਨ ਅਫੀਸ਼ੀਅਲਸ ਨੇ ਵੀ ਜਾ ਕੇ ਉਹਨਾਂ ਨਾਲ ਗੱਲ ਕੀਤੀ ਹੈਗੀ ਦੈਟ ਇਜ਼ ਅ ਵੈਰੀ ਵੈਰੀ ਬਿਗ ਥਿੰਗ ਤੇ ਉਹਨਾਂ ਨੂੰ ਹੁਣ ਇਹ ਦੇਖ ਲੈਣਾ ਚਾਹੀਦਾ ਇਹਨਾਂ 3 ਬਿਲਸ ਬਾਰੇ। ਜਿਵੇਂ ਤੁਸੀਂ ਗੱਲ ਕੀਤੀ ਹੈ ਫੰਡਿੰਗ ਦੇ ਬਾਰੇ ਦੇ ਵਿੱਚ ਇਹ ਗੱਲਾਂ ਵੀ ਬਹੁਤ ਉੱਠੀਆਂ ਨੇ ਉੱਥੋਂ ਦੇ ਮੀਡੀਆ ਨੇ ਵੀ ਇਹ ਗੱਲਾਂ ਬਹੁਤ ਉਠਾਈਆਂ ਨੇ ਕਿ ਇਸ ਅੰਦੋਲਨ ਨੂੰ ਜਿਹੜੀ ਆ ਗਲਤ ਤਰੀਕੇ ਨਾਲ ਫੰਡਿੰਗ ਹੋ ਰਹੀ ਆ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੇ ਵਰਗੇ ਬੱਚੇ ਆਪਣੀ ਫਾਊਂਡੇਸ਼ਨਸ ਦੇ ਜ਼ਰੀਏ ਜਿਹੜਾ ਆ ਜੋ ਤੁਸੀਂ ਜੋੜ ਰਹੇ ਹੋ ਉੱਥੇ ਭੇਜ ਰਹੇ ਹੋ? ਇਸ ਚੀਜ਼ ਬਾਰੇ ਮੈਂ ਵੀ ਬਹੁਤ ਸੁਣੀਆਂ ਨੇ ਕਿ ਮੀਡੀਆ ਦੇ ਉੱਤੇ ਕਿ ਜਿਹੜੇ ਡਿਫਰੈਂਟ ਮੀਡੀਆ ਚੈਨਲਸ ਨੇ ਉਹ ਬੋਲ ਰਹੇ ਨੇ ਕਿ ਫੰਡਿੰਗ ਕਿੱਥੋਂ ਆ ਰਹੀ ਹੈ NRI ਫੰਡਿੰਗ ਆ ਰਾਈਟ ਸੋ ਇਸ ਦੇ ਵਿੱਚ ਸਾਨੂੰ ਇਹ ਦੇਖਣਾ ਚਾਹੀਦਾ ਕਿ ਸ਼ੁਰੂ ਤੋਂ ਜਿਹੜੇ ਸਿੱਖ ਬਣੇ ਕਿਉਂ ਸੀ ਟੂ ਸਟੈਂਡ ਅਪ ਅਗੇਂਸਟ ਦ ਰੋਂਗ ਥਿੰਗ ਜਿਹੜਾ ਕਾਲਾ ਉਸਨੂੰ ਕਾਲਾ ਹੀ ਬੋਲਣਾ ਬਿਕਾਜ਼ ਉਹ ਚਿੱਟਾ ਨਹੀਂ ਬੋਲ ਸਕਦੇ ਅਸੀਂ ਰਾਈਟ ਤੇ ਜਿਹੜੇ ਸਰਦਾਰ ਨੇ ਤੇ ਈਵਨ ਇਹ ਤੇ ਹੁਣ ਖਾਲੀ ਸਰਦਾਰਾਂ ਦੀ ਗੱਲ ਨਹੀਂ ਰਹਿ ਗਈ ਖਾਲੀ ਪੰਜਾਬ ਦੀ ਗੱਲ ਨਹੀਂ ਰਹਿ ਗਈ ਇਹ ਤੇ ਹੁਣ ਪੂਰਾ ਇੰਡੀਆ ਇਕੱਠਾ ਹੋਇਆ ਤੇ ਪੂਰੀ ਦੁਨੀਆ ਇਕੱਠੀ ਹੋਈ ਪਈ ਆ ਹੁਣ ਸੋ ਤਾਂ ਫੰਡਿੰਗ ਹੋ ਰਹੀ ਹੈ ਬਿਕਾਜ਼ ਐਵਰੀਬਡੀ ਇਜ਼ ਸਟੈਂਡਿੰਗ ਅਪ ਫॉर ਦ ਰਾਈਟ ਥਿੰਗ। ਤੁਸੀਂ ਕੈਨੇਡਾ ਦੇ ਜੰਪਲ ਹੋ ਕੈਨੇਡਾ ਵਿੱਚ ਤੁਸੀਂ ਰਹਿਣਾ ਇੰਡੀਆ ਵਿੱਚ ਕਦੇ ਕਦਾਈ ਗੇੜਾ ਮਾਰਨਾ ਫਿਰ ਤੁਸੀਂ ਇੰਨਾ ਐਫਰਟ ਕਿਉਂ ਕਰ ਰਹੇ ਹੋ? ਅਸੀਂ ਐਫਰਟ ਤਾਂ ਕਰ ਰਹੇ ਹਾਂ ਬਿਕਾਜ਼ ਸਾਨੂੰ ਪਤਾ ਹੈਗਾ ਹੈ ਕਿ ਸੇਮ ਥਿੰਗ ਸਟੈਂਡਿੰਗ ਅਪ ਫॉर ਦ ਰਾਈਟ ਥਿੰਗ ਅਸੀਂ ਇਹ ਬਿਲੀਵ ਕਰਦੇ ਹਾਂ ਕਿ ਜਿਹੜੀ ਚੀਜ਼ ਰਾਈਟ ਹੈਗੀ ਉਸ ਵਾਸਤੇ ਸਟੈਂਡ ਅਪ ਕਰਨਾ ਚਾਹੀਦਾ। ਇਸ ਵੇਲੇ ਅਬਾਊਟ 250 ਮਿਲੀਅਨ ਕਿਸਾਨ ਉੱਥੇ ਪ੍ਰੋਟੈਸਟ ਕਰ ਰਹੇ ਨੇ ਠੰਡਾਂ ਦੇ ਵਿੱਚ ਜੇ ਸਾਨੂੰ ਇੱਥੇ ਖੜੇ ਹੋ ਕੇ ਇੰਟਰਵਿਊ ਜੋ ਅਸੀਂ ਦੇ ਰਹੇ ਹਾਂ ਕੈਨੇਡਾ ਸਾਨੂੰ ਠੰਡ ਲੱਗ ਰਹੀ ਆ ਇੰਡੀਆ ਦੇ ਵਿੱਚ ਉੱਥੇ ਇਮੈਜਿਨ ਕਰੋ ਕਿ ਉੱਥੇ ਜਿਹੜੇ ਕਿੰਨੀਆਂ ਜਨਰੇਸ਼ਨਸ ਪੋਤੇ ਗ੍ਰੈਂਡ ਕਿਡਸ ਟੀਨੇਜਰਸ ਅਡਲਟਸ ਤੇ ਨਾਲ ਉਹਨਾਂ ਦੇ ਗ੍ਰੈਂਡ ਪੇਰੈਂਟਸ 4 ਜਨਰੇਸ਼ਨਾਂ ਉੱਥੇ ਇਕੱਠੀਆਂ ਹੈਗੀਆਂ ਨੇ ਤੇ ਜਿਹੜੇ ਬਜ਼ੁਰਗ ਹੈਗੇ ਨੇ ਉੱਥੇ ਵਿਚਾਰਿਆਂ ਨੂੰ ਉੱਥੇ ਜ਼ਮੀਨਾਂ ਦੇ ਉੱਤੇ ਸੌਣਾ ਪੈਂਦਾ ਟਰੈਕਟਰਾਂ ਦੇ ਉੱਤੇ ਸੌਣਾ ਪੈਂਦਾ ਕਿ ਅਸੀਂ ਸਪੋਰਟ ਨਹੀਂ ਕਰਾਂਗੇ ਇਸ ਚੀਜ਼ ਨੂੰ। ਬਿਲਸ ਦੇ ਬਾਰੇ ਤੁਸੀਂ ਕਿਹਾ ਅਸੀਂ ਬਹੁਤ ਰਿਸਰਚ ਕੀਤੀ ਐਂਡ ਆਲ ਦੈਟ ਮੈਂ ਜਾਣਨਾ ਚਾਹੁੰਦੀ ਹਾਂ ਬਿੱਲ ਦੇ ਬਾਰੇ ਤੁਸੀਂ ਕੀ ਰਿਸਰਚ ਕੀਤੀ ਹੈ ਤੇ ਕੀ ਹੁਣ ਤੱਕ ਤੁਸੀਂ ਸਮਝਿਓ ਕਿ ਬਿੱਲ ਹੈ ਕੀ ਹੈ? ਫॉर श्योर ਸੋ ਮੈਂ ਦੇਖਿਆ ਹੈਗਾ ਕਿ ਜਿਹੜੇ ਸਾਡੇ ਇੱਥੇ ਫਰੈਂਡਸ ਵੀ ਹੈਗੇ ਨੇ ਰਾਈਟ ਜਿਹੜੇ ਐਕਚੁਅਲ ਫਾਰਮਿੰਗ ਨਹੀਂ ਕਰਦੇ ਉਹਨਾਂ ਨੂੰ ਉੱਥੇ ਦੇ ਈਕੋਸਿਸਟਮ ਉੱਥੇ ਦੀ ਇਕੋਨਮੀ ਦਾ ਨਹੀਂ ਪਤਾ ਕਿ ਉਹ ਚੱਲ ਕਿੱਦਾਂ ਰਿਹਾ ਤੇ ਬਿੱਲ ਕਿੱਦਾਂ ਅਫੈਕਟ ਕਰਨਾ ਉੱਥੇ ਦੀ ਇਕੋਨਮੀ ਨੂੰ ਤੇ ਸਿੱਧਾ ਕਿਸਾਨਾਂ ਨੂੰ ਕਿੱਦਾਂ ਅਫੈਕਟ ਕਰਨਾ ਸੋ ਅਸੀਂ ਕੁਇਕ 90 ਸੈਕਿੰਡ ਦੀ ਤੁਹਾਨੂੰ ਕ੍ਰੈਸ਼ ਕੋਰਸ ਦਿੰਦੇ ਹਾਂ ਨਟਸ਼ੈਲ ਵਿੱਚ ਦੱਸਦੇ ਹਾਂ। ਸੋ ਜਿਹੜਾ ਪਹਿਲਾ ਬਿੱਲ ਹੈਗਾ ਉਹ ਹੈਗਾ ਆ ਕਿ ਜਿਹੜਾ ਮਿਡਲ ਮੈਨ ਸੋ ਪਹਿਲੇ ਕੀ ਹੁੰਦਾ ਸੀ ਪਹਿਲੇ ਆ ਹੁੰਦਾ ਸੀ ਕਿ ਕਿਸਾਨ ਫਾਰਮਰਸ ਖੇਤੀ ਕਰਦੇ ਉਹ ਪ੍ਰੋਡਕਟ ਦਿੰਦੇ ਸੀ ਲਾਇਸੈਂਸਡ ਮਿਡਲ ਮੈਨ ਨੂੰ ਫਿਰ ਜਾਂਦਾ ਸੀ APMC ਜਿਹੜੀ ਲਾਇਸੈਂਸਡ ਮੰਡੀਆਂ ਨੂੰ ਰਾਈਟ ਹੁਣ ਕੀ ਕਰਦੇ ਨੇ ਜੇ ਪਹਿਲੇ ਬਿੱਲ ਵਿੱਚ ਕਹਿੰਦੇ ਕਿ ਲਾਇਸੈਂਸਡ ਮਿਡਲ ਮੈਨ ਨੂੰ ਕੱਢ ਦਿਓ
ਰਾਈਟ ਸੋ ਔਨ ਪੇਪਰ ਤੇ ਬਹੁਤ ਚੰਗਾ ਲੱਗ ਰਿਹਾ ਪਰ ਇਸ ਦਾ ਮਤਲਬ ਕੀ ਹੋਇਆ ਇਸ ਦਾ ਮਤਲਬ ਹੋਇਆ ਕਿ ਜਿਹੜੇ ਸਿੱਧਾ ਕੋਰਪੋਰੇਟਸ ਹੈਗੇ ਨੇ ਉਹ ਸਿੱਧਾ ਇੰਟਰੈਕਟ ਕਰਨਗੇ ਕਿਸਾਨਾਂ ਨਾਲ ਤੇ ਹੁਣ ਜੇ ਦੇਖਿਆ ਜਾਏ 85% ਔਰ ਜਿਹੜੇ ਕਿਸਾਨ ਹੈਗੇ ਨੇ ਇੰਡੀਆ ਦੇ ਵਿੱਚ ਉਹਨਾਂ ਕੋਲ 2 ਤੋਂ 4 ਕਿੱਲੇ ਦੀ ਜ਼ਮੀਨ ਆ ਬਸ ਉਸ ਦਾ ਮਤਲਬ ਕੀ ਹੋਇਆ ਇੰਬੈਲੈਂਸ ਹੋ ਗਿਆ ਪਾਵਰ ਦਾ ਤੇ ਨੈਗੋਸ਼ੀਏਸ਼ਨ ਪਾਵਰ ਦਾ ਮਤਲਬ ਕਿ ਜਿਹੜੇ ਕੋਰਪੋਰੇਟਸ ਹੈਗੇ ਨੇ ਉਹਨਾਂ ਕੋਲ ਜ਼ਿਆਦਾ ਨੈਗੋਸ਼ੀਏਸ਼ਨ ਪਾਵਰ ਹੈਗੀ ਤੇ ਉਹ ਡਾਊਨਵਰਡ ਪ੍ਰੈਸ਼ਰ ਜਾਏਗਾ ਉਹਨਾਂ ਦੀ ਪ੍ਰਾਈਸਿਸ ਦੇ ਉੱਤੇ ਤੇ ਉਹਨਾਂ ਦੇ ਪ੍ਰੋਫਿਟ ਮਾਰਜਨ ਦੇ ਉੱਤੇ ਉਸ ਤੋਂ ਬਾਅਦ ਹੈਗਾ ਜਿਹੜਾ ਸੈਕੰਡ ਬਿੱਲ ਹੈਗਾ ਉਸ ਦਾ ਨਾਂ ਕੰਟਰੈਕਟ ਫਾਰਮਿੰਗ ਦੇ ਨਾਲ ਜਾਣਿਆ ਜਾਂਦਾ ਹੈ ਜਨਰਲੀ ਸੋ ਉਸ ਵਿੱਚ ਕੀ ਹੈਗਾ ਉਸ ਵਿੱਚ ਬੋਲਦੇ ਨੇ ਕਿ ਸਿੱਧਾ ਜਿਹੜੇ ਪ੍ਰਾਈਵੇਟ ਕੰਟਰੈਕਟਸ ਹੋ ਸਕਦੇ ਨੇ ਕੋਰਪੋਰੇਟ ਤੇ ਕਿਸਾਨਾਂ ਦੇ ਨਾਲ ਇਸ ਦਾ ਮਤਲਬ ਕੀ ਹੋਇਆ ਫਿਰ ਇਸ ਦਾ ਮਤਲਬ ਔਨ ਪੇਪਰ ਅਗੇਨ ਬਹੁਤ ਸੋਹਣਾ ਲੱਗਦਾ ਪਰ ਜਦੋਂ ਦੇਖਿਆ ਜਾਏ ਜੋ ਮਾਰਕੀਟ ਸਫੀਸ਼ੀਐਂਟ ਹੋਣਗੀਆਂ 2-3 ਸਾਲ ਵਿਲ ਗੋ ਬਾਏ ਕੰਪੀਟੀਸ਼ਨ ਵੱਧ ਜਾਊਗਾ ਫਿਰ ਜ਼ਿਆਦਾ ਕੋਰਪੋਰੇਟਸ ਵਿੱਚ ਉਹਨਾਂ ਦੇ ਹੱਥ ਜ਼ਿਆਦਾ ਪਾਵਰ ਆ ਜਾਏਗੀ ਮਤਲਬ ਕਿ ਡਾਊਨਵਰਡ ਪ੍ਰੈਸ਼ਰ ਹੋਏਗਾ ਫਿਰ ਪ੍ਰਾਈਸਿਸ ਦੇ ਉੱਤੇ ਫੋਰ ਐਗਜ਼ਾਮਪਲ ਜੇ ਅਸੀਂ ਬੋਲੀਏ ਕੋਰਨ ਅਸੀਂ ਲੈਣਾ ਹੈਗਾ ਆ MSP ਹੈਗਾ ਆ 2000 ਰੁਪਏ ਦਾ ਰਾਈਟ ਪਰ ਫਿਰ ਜੇ ਕਿਸਾਨ ਵੇਚ ਨਹੀਂ ਪਾ ਰਹੇ ਕਿਸੇ ਕੋਲ ਉਹਨਾਂ ਕੋਲ ਨੈਗੋਸ਼ੀਏਸ਼ਨ ਪਾਵਰ ਨਹੀਂ ਹੈਗੀ ਤੇ ਕੰਟਰੈਕਟ ਵਿੱਚ ਲਿਖਿਆ ਜਾਏਗਾ ਨਹੀਂ ਤੁਹਾਨੂੰ 1400 ਦੇ ਵਿੱਚ ਅਸੀਂ ਬਾਏ ਕਰਾਂਗੇ ਨਹੀਂ ਤੇ ਨਹੀਂ ਬਾਏ ਕਰਾਂਗੇ ਤੇ ਉਹਨਾਂ ਨੂੰ ਉੱਥੇ ਸਾਈਨ ਕਰਨਾ ਪਏਗਾ ਸਿੱਧਾ ਹੀ ਉੱਥੇ ਪ੍ਰੋਫਿਟ ਮਾਰਜਨਸ ਘੱਟ ਹੁੰਦੇ ਆ ਇਹ ਪ੍ਰੋ ਫਾਰਮਰਸ ਇੱਕਦਮ ਲਾਅ ਨਹੀਂ ਹੈਗੇ ਵਾਲੇ ਬਿਲਸ ਇਹ ਹੈਗੇ ਨੇ ਕੋਰਪੋਰੇਟ ਪ੍ਰੋ ਹੈਗੇ ਨੇ ਸੋ ਅਸੀਂ ਬੋਲਣਾ ਚਾਹੁੰਦੇ ਜਦੋਂ ਚੇਂਜ ਹੁੰਦਾ ਆ ਜੋ ਇਕੋਨਮੀ ਕੰਟਰੀ ਦੇ ਚੇਂਜ ਹੁੰਦਾ ਹੈ ਉਹ ਗ੍ਰੈਜੂਅਲ ਹੁੰਦਾ ਹੈ ਓਵਰਨਾਈਟ ਨਹੀਂ ਕਰ ਸਕਦੇ ਜਿਹੜੇ ਇਹ ਬਿੱਲ ਬਣੇ ਗਏ ਨੇ ਧੱਕੇ ਨਾਲ ਸਰਕਾਰ ਨੇ ਬਿੱਲ ਬਣਾਏ ਨੇ ਕੋਵਿਡ ਦੇ ਵੇਲੇ ਬਿਨਾਂ ਡਿਸਕਸ਼ਨ ਦੇ ਸੋ ਤਾਂ ਹੀ ਅਸੀਂ ਬੋਲਦੇ ਕਿ ਰੱਦ ਕੀਤੇ ਜਾਣ ਤੁਸੀਂ ਜਿਵੇਂ ਰਿਸਰਚ ਕਾਫੀ ਗੁੱਡ ਕੀਤੀ ਆ ਇਹਦੇ ਵਿੱਚ ਤੇ ਦਿਖ ਰਿਹਾ ਵਾ ਕਿ ਤੁਸੀਂ ਕਾਫੀ ਡੀਪਲੀ ਰਿਸਰਚ ਕੀਤੀ ਆ ਬਿੱਲ ਦੇ ਬਾਰੇ ਵਿੱਚ ਸਰਕਾਰ ਕਹਿ ਵੀ ਰਹੀ ਆ ਕਿ ਅਸੀਂ ਬਿੱਲ ਜਿਹੜੇ ਆ ਉਹਦੇ ਵਿੱਚ ਅਮੈਂਡਮੈਂਟਸ ਕਰਨ ਨੂੰ ਰੈਡੀ ਆ ਪਰ ਅਸੀਂ ਵਾਪਸ ਨਹੀਂ ਇਹਨੂੰ ਲੈ ਸਕਦੇ ਹੈਗੇ ਇਹਦੇ ਬਾਰੇ ਕੀ ਕਹੋਗੇ ਜਦ ਆਲਰੇਡੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਅਮੈਂਡਮੈਂਟਸ ਲਈ ਰੈਡੀ ਆ ਇਸ ਦਾ ਕੋਈ ਫਾਇਦਾ ਨਾ ਹੋਇਆ ਕਿਉਂਕਿ 90% ਦੇ ਜਿਹੜੇ ਬਿੱਲ ਹੈਗਾ 90% ਆਫ ਦ ਕਲੌਜ਼ਸ ਇਨ ਇਟ ਉਹ ਹੈਗੀਆਂ ਨੇ not pro farmers they're against farmers negatively affect ਕਰਦੀਆਂ ਨੇ ਤੇ ਫਿਰ ਕਿਉਂ ਪਹਿਲੇ ਰੱਦ ਕਰੋ ਇਹਨਾਂ ਬਿੱਲਾਂ ਨੂੰ ਕਾਲੇ ਕਾਨੂੰਨਾਂ ਨੂੰ ਤਾਂ ਆਰਾਮ ਨਾਲ ਬਹਿ ਕੇ ਪਿਆਰ ਨਾਲ ਬੈਠ ਕੇ ਆਪਣੇ ਜਿਹੜੇ ਪੋਪੂਲੇਸ਼ਨ ਜਿਹੜੇ ਇੰਡੀਆ ਦੇ ਸਾਰੇ ਕਿਸਾਨ ਨੇ ਉਹਨਾਂ ਨੂੰ ਆਰਾਮ ਨਾਲ ਬਹਿ ਕੇ ਨਵੇਂ ਬਿੱਲ ਬਣਾਓ ਜਿਹੜੇ ਕਿਸਾਨਾਂ ਦੇ ਹਿੱਤ ਦੇ ਵਿੱਚ ਹੈਗੇ ਨੇ ਤੇ ਸਰਕਾਰ ਤੇ ਕਹਿ ਰਹੀ ਸੀ ਜਿਹੜੀ ਫਾਰਮਰਸ ਦੀ ਆਮਦਨ ਆ ਜਿਹੜੀ 2022 ਤੱਕ ਜਿਹੜੀ ਆ ਉਹ ਡਬਲ ਕਰ ਦੇਵਾਂਗੇ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਡਬਲ ਹੋ ਜਾਏਗੀ ਇਹ ਤੇ ਇੱਕਦਮ ਇੱਦਾਂ ਜੇ ਈਵਨ ਇਕੋਨਮਿਸਟ ਜੇ ਇਸ ਪਲਾਨ ਨੂੰ ਦੇਖਿਆ ਜਾਏ ਔਨ ਪੇਪਰ ਤੇ ਇੱਦਾਂ ਲੱਗਦਾ ਕਿ ਹੋਏਗਾ ਪਰ ਜੇ ਸੋਚਿਆ ਜਾਏ ਕਿ ਇਹ ਤੇ ਪ੍ਰੈਕਟੀਕਲੀ ਜੇ ਗੱਲ ਕੀਤੀ ਜਾਏ ਇਹ ਇੱਕਦਮ ਇਨਕਮ ਡਬਲ ਨਹੀਂ ਹੋ ਸਕਦੀ ਰਾਈਟ ਈਵਨ ਇਹ ਜਿਹੜੀਆਂ ਮੰਡੀਆਂ ਨੇ ਕਰੰਟਲੀ ਆ ਫਾਰਮਰਸ ਆਰ ਫੀਅਰਿੰਗ ਕਿ ਇਹ ਮੰਡੀਆਂ ਵੀ ਬੰਦ ਹੋ ਜਾਣਗੀਆਂ ਕਿਉਂਕਿ ਜੇ ਕੋਰਪੋਰੇਟ ਸਿੱਧਾ ਬਾਏ ਕਰਨਗੀਆਂ ਕਿਸਾਨਾਂ ਤੋਂ ਉਹਨਾਂ ਨੂੰ 3% ਦਾ ਜਿਹੜਾ ਟੈਕਸ ਉਹ ਨਹੀਂ ਦੇਣਾ ਪਏਗਾ ਸੋ ਇੱਦਾਂ ਦੀ ਜਿਹੜੀ ਇੰਟਰਕੇਸਿਸ ਹੈਗੇ ਨੇ ਬਿੱਲ ਦੇ ਵਿੱਚ ਜਿਹੜੀ ਉਹਨਾਂ ਨੇ ਵਿੱਚ ਧੱਕੇ ਨਾਲ ਉਹਨਾਂ ਨੇ ਪਾਸ ਕੀਤੀਆਂ ਨੇ ਉਹ ਜਿਹੜੀ ਹੁਣ ਕਿਸਾਨਾਂ ਨੂੰ ਵੀ ਜਾਗਰਤੀ ਆ ਗਈ ਪੂਰੀ ਵਰਲਡ ਨੂੰ ਜਾਗਰਤੀ ਆ ਗਈ ਉਹਨੂੰ ਸਮਝ ਆ ਗਈ ਕਿ ਐਕਚੁਅਲੀ ਬਿੱਲ ਕੀ ਕਰਨਾ ਚਾਹ ਰਹੇ ਨੇ ਇਹਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇੰਡੀਆ ਦਾ ਕੁਝ ਨੈਸ਼ਨਲ ਮੀਡੀਆ ਚੈਨਲਸ ਨੇ ਇਸ ਪ੍ਰੋਟੈਸਟ ਨੂੰ ਕੋਈ ਹੋਰ ਹੀ ਜਿਹੜਾ ਆ ਇਹ ਦੇ ਰਹੇ ਸੀਗੇ ਕੋਈ ਹੋਰ ਹੀ ਇਸ ਚੀਜ਼ ਨੂੰ ਰਾਈਟ ਦੱਸ ਰਹੇ ਸੀਗੇ ਕਦੇ ਇਹਨੂੰ ਖਾਲਿਸਤਾਨੀ ਮੂਵਮੈਂਟ ਕਿਹਾ ਜਾ ਰਿਹਾ ਕਦੇ ਇਹਨੂੰ ਨੈਕਸਲਿਸਟ ਮੂਵਮੈਂਟ ਕਿਹਾ ਜਾ ਰਿਹਾ ਵਾ ਸੋ ਇਹਦੇ ਬਾਰੇ ਵਿੱਚ ਤੁਸੀਂ ਵੀ ਸੁਣਿਆ ਹੋਣਾ ਉੱਥੇ ਜਿਹੜੇ ਕਿਸਾਨ ਨੇ ਇੱਕ ਨਾਰਮਲ ਕਿਸਾਨ ਨੇ ਇਹ ਵੀ ਗੱਲਾਂ ਹੋਈਆਂ ਨੇ ਕਿ ਕਿਸਾਨ ਜਿਹੜੇ ਉੱਥੇ ਕਿਸਾਨ ਨਹੀਂ ਪਹੁੰਚੇ ਹੋਏ ਕੋਈ ਹੋਰ ਹੈ ਉਹ ਬ੍ਰਾਂਡਡ ਕੱਪੜੇ ਕਿਵੇਂ ਪਾ ਸਕਦਾ ਕਿਸਾਨ ਦੇ ਕੋਲ ਵਧੀਆ ਲਗਜ਼ਰੀਅਸ ਕਾਰਾਂ ਕਿਵੇਂ ਹੋ ਸਕਦੀਆਂ ਨੇ ਜਾਂ ਉਹ ਪੀਜ਼ਾ ਕਿਵੇਂ ਖਾ ਸਕਦੇ ਆ ਸੋ ਐਵੇਂ ਦੀ ਰਿਪੋਰਟਿੰਗ ਉੱਥੋਂ ਦੀ ਚੱਲ ਰਹੀ ਹੈ ਇਹਦੇ ਬਾਰੇ ਕੀ ਕਹੋਗੇ ਤੇ ਟੈਕਟਿਕਸ ਹੈਗੇ ਨੇ ਹੁਣ 33 ਡੇਜ਼ ਹੋ ਗਏ ਨੇ ਐਵਰੀ ਡੇ ਸਾਨੂੰ ਤੇ ਕੋਈ ਨਵਾਂ ਸੁਣਨ ਨੂੰ ਮਿਲਦਾ ਹੈਗਾ ਆ ਪਹਿਲੇ ਇਹਨਾਂ ਨੇ ਉੱਥੇ ਜੈਮਰ ਲਾਤੇ ਰਾਈਟ ਕਿ ਉੱਥੇ ਸੋਸ਼ਲ ਮੀਡੀਆ ਤੇ ਬਹੁਤ ਫਾਇਰ ਹੈਗੀ ਆ ਬਹੁਤ ਛੇਤੀ ਸਪਰੈਡ ਕਰਦੀ ਇਨਫੋਰਮੇਸ਼ਨ ਰਾਈਟ ਤੇ ਉਹਨੇ ਪਹਿਲੇ ਉੱਥੇ ਸੋਸ਼ਲ ਮੀਡੀਆ ਤੇ ਪੂਰੇ ਇੰਟਰਨੈਟ ਤੇ ਜੈਮਰ ਲਾਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਫੇਸਬੁੱਕ ਵਾਲਿਆਂ ਨੇ ਸਾਡੇ ਹੈਸ਼ਟੈਗ ਬੰਦ ਕਰਤੇ ਫਾਰਮਰਸ ਪ੍ਰੋਟੈਸਟ ਕਰਕੇ ਆਈ ਸਟੈਂਡ ਵਿਦ ਫਾਰਮਰਸ ਦੇ ਹੈਸ਼ਟੈਗ ਬੰਦ ਕਰਤੇ ਠੀਕ ਆ ਉਸ ਤੋਂ ਬਾਅਦ ਅਸੀਂ ਹੁਣ ਮੋਸਟ ਰੀਸੈਂਟਲੀ ਸੁਣਿਆ ਕਿ ਉੱਥੇ ਇੰਡੀਵਿਜੂਅਲਸ ਇੰਪਲੈਂਟ ਕੀਤੇ ਜਾ ਰਹੇ ਨੇ ਇਨ ਦਾ ਪ੍ਰੋਟੈਸਟ ਰਾਈਟ ਸੋ ਜਿਹੜੇ ਕਿਸਾਨ ਹੈ ਹੀ ਨਹੀਂ ਤੇ ਉਹ ਫੜੇ ਗਏ ਨੇ ਤੇ ਫਿਰ ਜਦੋਂ ਉਹਨਾਂ ਨੂੰ ਫੜਾਉਂਦੇ ਆ ਉਹ ਫਿਰ couple of days ਬਾਅਦ ਛੱਡ ਕੇ ਫਿਰ ਵਾਪਸ ਆ ਜਾਂਦੇ ਨੇ ਰਾਈਟ ਸੋ ਇਹ ਬਹੁਤ ਵੱਡੀ ਖੇਡ ਹੈਗੀ ਆ ਪਰ ਇਸ ਵਿੱਚ ਮੈਂ ਕੁਝ ਹੀ ਬੋਲਣਾ ਚਾਹਾਂਗੀ ਦ ਫਰਸਟ ਥਿੰਗ ਇਜ਼ ਕਿ ਸਾਡੀ ਜਿੱਤ ਕਿੱਥੇ ਹੋਈ ਆ ਇੱਥੇ ਹੋਈ ਆ ਕਿ 4 ਜਨਰੇਸ਼ਨਾਂ ਪਹਿਲੇ ਜਿਹੜੇ ਇੰਨਾ ਬੈਡ ਇੰਪ੍ਰੈਸ਼ਨ ਦਿੱਤਾ ਹੋਇਆ ਸੀ ਪੰਜਾਬ ਦਾ ਕਿ ਡਰੱਗ ਇਨਫੈਸਟ ਉੱਥੇ ਹੁਣ ਸਾਰੇ ਜਿਹੜੇ ਨੌਜਵਾਨ ਨੇ ਸਾਡੇ ਇਕੱਠੇ ਜੁੜੇ ਹੋਏ ਨੇ ਆਪਣੇ ਪੇਰੈਂਟਸ ਨਾਲ ਆਪਣੇ ਗ੍ਰੈਂਡ ਪੇਰੈਂਟਸ ਨਾਲ ਆਪਣੇ ਬੱਚਿਆਂ ਦੇ ਨਾਲ ਕਿ ਇਸ ਮੂਵਮੈਂਟ ਵਾਸਤੇ ਇੱਥੇ ਪ੍ਰੈਜ਼ੈਂਟ ਹੈਗੇ ਨੇ ਥਰਡ ਬਿੱਲ ਦੇ ਬਾਰੇ ਵਿੱਚ ਗੱਲ ਕੀਤੀ ਜਾਵੇ ਤਾਂ ਥਰਡ ਬਿੱਲ ਦੇ ਬਾਰੇ ਵੀ ਕੀ ਤੁਸੀਂ ਪੜ੍ਹਿਆ ਜਿਹੜਾ ਕਲੌਜ਼ ਜਿਹੜਾ ਤੀਸਰਾ ਹੈਗਾ ਫॉर श्योर ਸੋ ਜਿਹੜਾ ਤੀਜਾ ਬਿੱਲ ਹੈਗਾ ਉਹ ਹੈਗਾ ਹੋਰਡਿੰਗ ਦੇ ਉੱਤੇ ਸੋ ਪਹਿਲੇ ਬਿਫੋਰ ਥੀਸ ਬਿਲਸ ਵਰ ਪਾਸਡ ਹੋਰਡਿੰਗ ਇਲੀਗਲ ਹੁੰਦੀ ਸੀ ਕਿ ਜਿਹੜੇ ਰੀਟੇਲਰਸ ਹੈਗੇ ਨੇ ਤੇ ਮਿਡਲਮੈਨ ਨੇ ਉਹ
ਇਮੈਂਸ ਅਮਾਊਂਟਸ ਆਫ ਪ੍ਰੋਡਕਟ ਨਹੀਂ ਲੈ ਸਕਦੇ ਜਦੋਂ ਪ੍ਰਾਈਸ ਘੱਟ ਹੈਗਾ। ਪਰ ਹੁਣ ਕੋਰਪੋਰੇਟਸ ਨੂੰ ਅਲਾਉ ਕੀਤਾ ਜਾ ਰਿਹਾ, ਲੀਗਲ ਬਣਾ ਤਾ ਇਹਨਾਂ ਨੇ ਹੋਰਡਿੰਗ ਨੂੰ। ਸੋ ਜੇ ਕੋਰਪੋਰੇਟਸ ਨੇ ਫੋਰ ਐਗਜ਼ਾਮਪਲ, ਸੇਮ ਐਗਜ਼ਾਮਪਲ ਕੋਰਨ ਦੀ ਮੈਂ ਦਿੰਦੀ ਹਾਂ, ਰਾਈਟ। ਜੇ ਮੈਂ ਕਿਸਾਨ ਹੈਗੀ ਹਾਂ, ਤੁਸੀਂ ਕੋਰਪੋਰੇਟ ਹੈਗੇ ਹੋ, ਰਾਈਟ, ਅਤੇ ਇਸ ਵੇਲੇ ਪ੍ਰਾਈਸ ਜਿਹੜਾ ਭਾਅ ਚੱਲ ਰਿਹਾ ਹੈਗਾ ਉਹ 1400 ਹੈਗਾ ਆ, ਰਾਈਟ, ਅਤੇ ਉਹ MSP ਦੇ ਹਿਸਾਬ ਨਾਲ ਨਹੀਂ ਚੱਲ ਰਿਹਾ, 1400 ਹੈਗਾ। ਤੁਸੀਂ ਤੇ ਮੇਰੀ ਸਾਰੀ ਫਸਲ ਲੈ ਲਓਗੇ, ਦੂਜੇ ਵੀ ਸਾਰੇ ਕਿਸਾਨ ਨੇ ਉਹਨਾਂ ਦੀ ਫਸਲ ਲੈ ਲਓਗੇ ਅਤੇ ਹੋਲਡ ਕਰਕੇ ਰੱਖ ਲਓਗੇ, ਰਾਈਟ। ਅਤੇ ਉਸ ਤੋਂ ਬਾਅਦ ਦੈਟ ਇਜ਼ ਬ੍ਰਿੰਗਿੰਗ ਮੋਰ ਡਾਊਨਵਰਡ ਪ੍ਰੈਸ਼ਰ ਔਨ ਦ ਪ੍ਰਾਈਸ। ਅਤੇ ਫਿਰ ਜਦੋਂ ਅਸੀਂ ਪ੍ਰਾਈਸ ਫਿਰ ਦੁਬਾਰਾ ਜੋ ਸਟੈਂਡਰਡ 2000 ਰੁਪਏ ਦੇ ਉੱਤੇ ਲੈ ਕੇ ਆਈਏ, ਨੋ ਵਨਸ ਗੋਇੰਗ ਟੂ ਟੇਕ ਦੈਟ, ਰਾਈਟ। ਸੋ ਇਹ ਬਹੁਤ ਸਿੰਪਲ ਲੌਜਿਕ ਹੈ। ਜੇ ਛੋਟੇ ਛੋਟੇ ਬੱਚਿਆਂ ਨੂੰ ਸਮਝ ਆ ਰਹੀ ਹੈ, ਅਸੀਂ ਮਸੇ 20 ਸਾਲ 21 ਸਾਲ ਦੇ ਹੈਗੇ ਆ, ਰਾਈਟ, ਜੇ ਸਾਨੂੰ ਸਮਝ ਆ ਰਹੀ ਹੈ ਮਤਲਬ ਵੱਡੀ ਸਰਕਾਰ ਨੂੰ ਤਾਂ ਸਮਝਣਾ ਚਾਹੀਦਾ ਨਾ। ਮੀਡੀਆ ਜਿਹੜਾ ਹੁੰਦਾ ਕਹਿੰਦੇ ਆ ਕਿ ਡੈਮੋਕ੍ਰੇਸੀ ਦਾ 4th ਪਿਲਰ ਹੁੰਦਾ, ਤੇ ਜਿਸ ਤਰੀਕੇ ਨਾਲ ਉੱਥੇ ਮੀਡੀਆ ਨੇ ਕੁਝ ਕੁ ਚੈਨਲਸ ਨੇ ਇਸ ਪੂਰੇ ਪ੍ਰੋਟੈਸਟ ਨੂੰ ਕੁਝ ਹੋਰ ਹੀ ਜਿਹੜਾ ਆ ਸਾਈਡ ਦੇਣ ਦੀ ਕੋਸ਼ਿਸ਼ ਕੀਤੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਹਾਂਜੀ ਫॉर श्योर। ਸੋ ਇੱਕ ਚੀਜ਼ ਹੈਗੀ ਹੈ ਦੈਟ ਮੀਡੀਆ ਪੋਜ਼ਿਟਿਵ ਚੀਜ਼ਾਂ ਦਿਖਾਉਂਦੀ ਹੈ ਅਤੇ ਨੈਗੇਟਿਵ ਚੀਜ਼ਾਂ। ਸੋ ਜਿੱਦਾਂ ਗੋਦੀ ਮੀਡੀਆ ਹੈਗਾ, ਉਹ ਕੀ ਕਰਦੇ ਨੇ, ਇੱਕ ਵੀਡੀਓ ਐਡਿਟ ਕਰਕੇ ਫਿਰ 15 ਦਿਨ ਆਪਣੇ ਚੈਨਲ ਪਰ ਚਲਾਉਂਦੇ ਨੇ ਦੈਟ ਉਹ ਕੀ ਬੋਲਦੇ ਆ ਵਾਲੇ ਪ੍ਰੋਟੈਸਟ ਬਹੁਤ ਖਰਾਬ ਨੇ, ਲਾਈਕ ਕਹਿਣਾ ਪੈਸੇ ਨਾਲ ਉਹ ਜਾਂਦੇ ਨੇ, ਪੈਸੇ ਭੇਜ ਕੇ ਉਹ ਆਉਂਦੇ ਨੇ। ਸੋ ਉੱਦਾਂ ਚੀਜ਼ਾਂ ਬਹੁਤ ਮਾਈਂਡ ਮੈਨੀਪੂਲੇਸ਼ਨ ਕਰਦੇ ਨੇ ਬਹੁਤ। ਸੋ ਇੱਕਦਮ ਚੀਜ਼ ਰੌਂਗ ਹੈਗੀ ਆ, ਅਤੇ ਜੋ ਵਟ ਐਵਰ ਇਜ਼ ਰਾਈਟ ਯੂ ਸਟੈਂਡ ਫॉर दैट। ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਵਕਤ ਤੁਸੀਂ ਕਿਵੇਂ ਇਸ ਪ੍ਰੋਟੈਸਟ ਦੇ ਬਾਰੇ ਵਿੱਚ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ? ਹਾਂਜੀ, ਸੋ ਅਸੀਂ ਆਪਣੇ ਲਾਈਕ ਸੋਸ਼ਲ ਮੀਡੀਆ ਲਾਈਕ YouTube ਹੋ ਗਿਆ, Instagram ਹੋ ਗਿਆ, ਅਤੇ ਆਲ ਸੋਰਟਸ ਆਫ ਸੋਸ਼ਲ ਮੀਡੀਆ ਅਸੀਂ ਚੜਾਉਂਦੇ ਹਾਂ ਦੈਟ ਅਸੀਂ ਅਵੇਅਰਨੈਸ ਕਰਦੇ ਹਾਂ ਦੈਟ ਕੀ ਹੋ ਰਿਹਾ ਇੰਡੀਆ 'ਚ, ਰਾਈਟ, ਵਾਟ ਇਜ਼ ਦ ਪ੍ਰੋਟੈਸਟ ਅਬਾਊਟ। ਅਤੇ ਅਸੀਂ ਵੀ ਵਾਂਟ ਟੂ ਰੇਜ਼ ਅਵੇਅਰਨੈਸ ਬਿਕਾਜ਼ ਬੱਚਿਆਂ ਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ। ਐਂਡ ਆਲਸੋ ਯੂ ਨੋ ਜਿੱਦਾਂ ਅਸੀਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਾਂ, ਐਵਰੀ ਟਾਈਮ ਕੋਈ ਨਾ ਕੋਈ ਜੀ ਰੀਸੈਂਟ ਡਿਵੈਲਪਮੈਂਟ ਹੁੰਦੀ ਹੈ, ਤੁਸੀਂ ਸਾਡੇ ਇੰਸਟਾਗ੍ਰਾਮ ਦੇ ਉੱਤੇ ਜਾਓ, ਮੇਰਾ ਇੰਸਟਾਗ੍ਰਾਮ ਹੈਗਾ _Dylan_ ਅਤੇ ਬਲਵੀਰ ਦਾ ਹੈਗਾ BDTKD007 ਅਤੇ DDTKD007। ਜੇ ਤੁਸੀਂ ਖਾਲੀ ਇੱਕੋ ਇੰਸਟਾਗ੍ਰਾਮ ਯਾਦ ਰੱਖਣਾ ਹੈਗਾ, ਉਹ ਤੁਸੀਂ ਯਾਦ ਰੱਖੋ ਅਸੀਸ ਫਾਊਂਡੇਸ਼ਨ, ਦੈਟਸ ASEES ਫਾਊਂਡੇਸ਼ਨ। ਉੱਥੇ ਟਾਈਪ ਇਨ ਕਰਕੇ ਤੁਸੀਂ ਸਾਰੀ ਸਟੋਰੀਜ਼ ਦੇਖਿਆ ਕਰੋ, ਰਾਈਟ। ਅਸੀਂ ਫੰਡ ਰੇਜ਼ਿੰਗ ਕਰ ਰਹੇ ਹਾਂ ਵਨਸ ਅਗੈਨ, ਅਸੀਂ ਪਿੱਛੇ ਭੇਜਣੇ ਹੈਗੇ ਨੇ ਪੈਸੇ ਕਿ ਉੱਥੇ ਯੂ ਨੋ ਸਪੈਸ਼ਲੀ ਵਿੰਟਰ, ਜੇ ਸਾਨੂੰ ਇੱਥੇ ਨਹੀਂ ਠੰਡ ਲੱਗ ਰਹੀ, ਅਸੀਂ ਰਾਤੀ 'ਤੇ ਘਰ ਜਾ ਕੇ ਅਸੀਂ ਰਜਾਈਆਂ 'ਚ ਸੌਂ ਜਾਂਦੇ ਹਾਂ, ਹੀਟਡ ਘਰਾਂ ਦੇ 'ਚ ਸੌਂ ਜਾਂਦੇ ਹਾਂ, ਪਰ ਉਹਨਾਂ ਨੂੰ ਤੇ ਸਟਰੀਟਸ ਉੱਤੇ ਸੌਣਾ ਪੈ ਰਿਹਾ, ਆਪਣੇ ਟਰੈਕਟਰਾਂ ਦੇ 'ਚ ਸੌਣਾ ਪੈਣਾ। ਕਿੰਨੀ ਬੁਰੀ ਗੱਲ ਹੈਗੀ, ਈਵਨ ਬਜ਼ੁਰਗਾਂ ਨੂੰ, ਰਾਈਟ। ਕਿੰਨੀਆਂ ਸ਼ਹਾਦਤਾਂ ਵੀ ਹੋ ਚੁੱਕੀਆਂ ਨੇ ਆਲਰੇਡੀ ਪ੍ਰੋਟੈਸਟ ਵਿੱਚ। ਸੋ ਸਾਨੂੰ ਪਲੀਜ਼ ਸਪੋਰਟ ਕਰੋ। ਅਸੀਂ ਲਿੰਕ ਪਾ ਦਾਂਗੇ ਇੱਥੇ ਡਾਊਨ ਬਿਲੋ, ਤੁਸੀਂ ਇਸ ਲਿੰਕ ਨੂੰ ਟਾਈਪ ਇਨ ਕਰਕੇ ਤੁਸੀਂ ਸਿੱਧਾ ਡੋਨੇਟ ਕਰ ਸਕਦੇ ਹੋ, ਐਂਡ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 9052263355 ਦੇ ਉੱਤੇ। ਅਤੇ ਪੰਜਾਬੀ ਵਿੱਚ 905 226 3355। ਤੇ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੂੰਗੀ, ਇੱਕ ਮੇਰਾ ਸਵਾਲ ਇਹ ਜ਼ਰੂਰ ਹੈਗਾ ਕਿ ਜਦੋਂ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਚੀਜ਼ ਨੂੰ ਸਪਰੈਡ ਕਰਨ ਦੀ ਕੋਸ਼ਿਸ਼ ਕਰਦੇ ਹੋ, ਯੈਸ ਫॉर श्योर ਪੁੱਛਦੇ ਨੇ। ਸੋ ਜੇ ਤੁਸੀਂ ਇੱਥੇ ਯੂ ਨੋ NRI ਹੈਗੇ ਹੋ ਜਾਂ ਤੁਹਾਨੂੰ ਤੁਸੀਂ ਇੰਡੀਆ 'ਚ ਹੀ ਹੈਗੇ ਹੋ, ਤੁਹਾਨੂੰ ਪਤਾ ਹੋਏਗਾ ਕਿ ਬਹੁਤ ਵੱਡੀ ਮੂਵਮੈਂਟ ਚੱਲੀ ਸੀ ਨਾਰਥ ਅਮਰੀਕਾ ਦੇ ਵਿੱਚ, ਉਹ ਹੈਗੀ ਬਲੈਕ ਲਾਈਵਸ ਮੈਟਰ, ਰਾਈਟ। ਸੋ ਜੋ ਪਿੱਛੇ ਜੋ ਬਲੈਕ ਲਾਈਵ ਮੈਟਰ ਚੱਲੀ ਸੀ, ਅਸੀਂ ਵੀ ਆਪਣੇ ਫਰੈਂਡਾਂ ਨੂੰ ਸਪੋਰਟ ਕੀਤਾ ਸੀ, ਅਸੀਂ ਉਹਨਾਂ ਨਾਲ ਹੀ ਜੰਮੇ ਪਲੇ ਹਾਂ, ਯੂ ਨੋ ਉਹਨਾਂ ਨਾਲ ਹੀ ਗਰੋ ਅਪ ਹੋਏ ਹਾਂ, ਰਾਈਟ। ਅਤੇ ਹੁਣ ਉਹ ਸਾਨੂੰ ਪੁੱਛਦੇ ਨੇ ਕਿ ਉਹ ਤੁਸੀਂ ਆਪਣੇ ਇੰਸਟਾਗ੍ਰਾਮ ਦੇ ਸੋਸ਼ਲ ਮੀਡੀਆ 'ਤੇ ਬਾਰੇ ਹੈ ਕੀ ਚੀਜ਼ ਹੈ। ਅਤੇ ਮੈਂ ਬਹੁਤ ਫਰੈਂਡਾਂ ਨੂੰ ਯੂ ਨੋ ਇਨਫੋਰਮੇਸ਼ਨ ਭੇਜੀ ਹੈ ਕਿ 3 ਬਿੱਲ ਕੀ ਨੇ, ਅਸੀਂ ਕਿਉਂ ਪ੍ਰੋਟੈਸਟ ਕਰ ਰਹੇ ਹਾਂ ਇਸ ਬਾਰੇ, ਅਤੇ ਉਹ ਬਹੁਤ ਸਪੋਰਟ ਕਰ ਰਹੇ ਨੇ। ਹੁਣ ਡਿਫਰੈਂਟ ਕਮਿਊਨਿਟੀਜ਼ ਦੇ ਵੀ ਯੂ ਨੋ ਬੱਚੇ ਅਤੇ ਅਡਲਟਸ ਉਹ ਸਾਨੂੰ ਸਪੋਰਟ ਕਰ ਰਹੇ ਨੇ ਇਸ ਪ੍ਰੋਟੈਸਟ ਵਾਸਤੇ। ਤੇ ਇਸ ਵਕਤ ਨਾ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਲੋਕ ਤੁਹਾਨੂੰ ਦੇਖ ਰਹੇ ਨੇ। ਮੈਂ ਇੱਕ ਕਰਕੇ ਪੁੱਛਣਾ ਚਾਹੂੰਗੀ, ਜਿਹੜੇ ਇਸ ਵਕਤ ਧਰਨੇ 'ਤੇ ਬੈਠੇ ਨੇ ਜਾਂ ਜਾ ਰਹੇ ਨੇ, ਸ਼ਾਮਿਲ ਹੋ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? That please stay strong. We always want to protest for the right thing, so we stand with you guys. ਅਸੀਂ ਯੂ ਨੋ ਜੇ ਅਸੀਂ ਇੰਡੀਆ ਦੀ ਸਰਕਾਰ ਨੂੰ ਅਤੇ ਮੋਦੀ ਜੀ ਨੂੰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਯੂ ਨੋ ਪਲੀਜ਼, ਹੁਣ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਹੈਗਾ ਆ, ਜੋ ਡਿਫਰੈਂਟ ਵਰਲਡ ਲੀਡਰਸ ਬੋਲ ਰਹੇ ਨੇ ਕਿ ਆਹ ਕਾਲੇ ਕਾਨੂੰਨ ਹੈਗੇ ਆ, ਤੁਹਾਨੂੰ ਸਪੋਰਟ ਕਰਨਾ ਚਾਹੀਦਾ ਪੀਸਫੁਲ ਪ੍ਰੋਟੈਸਟ ਵਾਸਤੇ, ਤੁਹਾਨੂੰ ਇਹਦਾ ਬੈਰੀਕੇਡ ਨਹੀਂ ਲਾਉਣੇ ਚਾਹੀਦੇ, ਤੁਹਾਨੂੰ ਵਾਟਰ ਕੈਨ ਨਹੀਂ ਮਾਰਨੇ ਚਾਹੀਦੇ ਬਜ਼ੁਰਗਾਂ ਦੇ ਉੱਤੇ, ਹੋਰਾਂ ਦੇ ਉੱਤੇ, ਈਵਨ ਜਸਟ ਪੀਸਫੁਲ ਪ੍ਰੋਟੈਸਟ ਵਾਸਤੇ। ਬੇਸਿਕ ਡੈਮੋਕ੍ਰੇਸੀ ਹੈਗੀ ਆ, ਰਾਈਟ। ਈਵਨ ਇੰਡੀਆ ਡਰੋਪ ਹੋ ਚੁੱਕਾ ਹੈ ਫਰੀडम ਇੰਡੈਕਸ ਵਿੱਚ ਵਰਲਡ ਦੇ ਵਿੱਚ ਟੂ 111th, ਰਾਈਟ, ਇਨ ਦ ਵਰਲਡ। ਸੋ ਅਸੀਂ ਇਹੀ ਬੋਲਣਾ ਚਾਹੁੰਦੇ ਕਿ ਇੰਨਾ ਕੁਛ ਹੋਣ ਦੇ ਬਾਅਦ ਬਿਫੋਰ ਕੰਮ ਵਿਗੜ ਜੇ, ਤੁਸੀਂ ਪਲੀਜ਼ ਆਪਣੇ ਕਾਲੇ ਕਾਨੂੰਨ ਵਾਪਸ ਲੈ ਲਓ। ਐਂਡ ਦ ਸੈਕਿੰਡ ਥਿੰਗ ਇਜ਼ ਕਿ ਜਿੱਦਾਂ ਹੁਣ ਮੋਦੀ ਜੀ ਹੁਣੇ ਗਏ ਉੱਥੇ ਗੁਰਦੁਆਰੇ ਗਏ ਸੀ, ਰਾਈਟ, ਐਵਰੀਬਡੀ ਇਜ਼ ਵੈਲਕਮਡ ਇਨ ਦ ਗੁਰਦੁਆਰਾ, ਸਾਰੇ ਵੈਲਕਮ ਨੇ ਗੁਰਦੁਆਰੇ ਦੇ ਵਿੱਚ, ਬਟ ਇੰਸਟੈਡ ਆਫ ਆਪਣੀ ਫੋਟੋ ਸ਼ੂਟਾਂ ਕਰਨ ਵਾਸਤੇ, ਇੰਸਟੈਡ ਆਫ ਦੈਟ ਤੁਹਾਨੂੰ ਉੱਥੇ ਜਾਣਾ ਚਾਹੀਦਾ ਜਿੱਥੇ 250 ਮਿਲੀਅਨ ਕਿਸਾਨ ਸਫਰ ਕਰ ਰਹੇ ਨੇ ਠੰਡ ਦੇ ਵਿੱਚ,
ਤੇ ਤੁਹਾਨੂੰ ਫਰੰਟ ਲਾਈਨਸ ਉੱਤੇ ਜਾ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਬਿਕਾਜ਼ ਆ ਟੈਕਟਿਕਸ ਨਹੀਂ ਕੰਮ ਕਰਨੀ ਐਨੀਮੋਰ ਸਾਰਿਆਂ ਨੂੰ ਜਾਗਰਤੀ ਆ ਚੁੱਕੀ ਆ ਜਿੱਦਾਂ ਅਸੀਂ ਸਿੱਖੇ ਗਏ ਹਾਂ ਤੇ ਸਾਡੇ ਬੈਕਗ੍ਰਾਉਂਡ ਵਿੱਚ ਸਾਡੇ ਪੇਰੈਂਟਸ ਮਮ ਸਾਈਡ ਤੇ ਡੈਡ ਸਾਈਡ ਤੇ ਕਿਸਾਨ ਹੈਗੇ ਨੇ ਸੋ ਮੈਂ ਬੋਲਣਾ ਚਾਹਣਾ ਅਸੀਂ ਡਰਨਾ ਨਹੀਂ ਤੇ ਅਸੀਂ ਪੂਰਾ ਜ਼ੋਰ ਨਾਲ ਜੋ ਵੀ ਚੀਜ਼ ਵਾਟਸ ਰਾਈਟ ਵੀ ਨੀਡ ਟੂ ਫੋਲੋ ਦੈਟ ਤੇ ਅਸੀਂ ਇਹ ਬੋਲਣਾ ਚਾਹਾਂਗੇ ਅਸੀਂ ਕਹਿੰਦੇ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ। ਸੋ ਦੋਸਤੋ ਇਸ ਤਾਂ ਸਨ ਢਿੱਲੋਂ ਫੈਮਿਲੀ ਦੇ ਬੱਚੇ। ਤੁਹਾਨੂੰ ਪਤਾ ਹੈ ਕਿ ਇਸ ਤੋਂ ਇਲਾਵਾ ਸਾਨੂੰ 2 ਬੱਚੀਆਂ ਨੇ ਖਾਸ ਤੌਰ ਤੇ ਵੀਡੀਓਜ਼ ਬਣਾ ਕੇ ਭੇਜੀਆਂ ਨੇ ਕਿ ਉਹ ਵੀ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਸਮਰਥਨ ਦੇਣਾ ਚਾਹੁੰਦੀਆਂ ਨੇ। ਸੋ ਇਹ ਨੇ ਜੀ ਅਮਰੀਤ ਤੇ ਹੈਨਾ ਬੂਰਾ ਜਿਨ੍ਹਾਂ ਨੇ ਸਪੈਸ਼ਲੀ ਸਾਨੂੰ ਆਪਣੀਆਂ ਵੀਡੀਓਜ਼ ਬਣਾ ਕੇ ਭੇਜੀਆਂ ਤੇ ਕਿਸਾਨੀ ਅੰਦੋਲਨ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਤੁਸੀਂ ਖੁਦ ਸੁਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੋਂ 32 ਦਿਨ ਹੋ ਗਏ ਹਨ ਕਿਸਾਨ ਮੋਰਚੇ ਦੇ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਸ ਮੋਰਚੇ ਨੂੰ ਬਹੁਤ ਸਪੋਰਟ ਕਰਦੇ ਹਾਂ। ਅਸੀਂ ਹਰ ਰੋਜ਼ ਟੀਵੀ ਤੇ ਦੇਖਦੇ ਹਾਂ ਕਿ ਇੰਨੇ ਸਿੱਖ ਅਤੇ ਦੂਜੇ ਕੌਮ ਦੇ ਲੋਕ ਇਕੱਠੇ ਹੋ ਕੇ ਆਪਣੇ ਹੱਕ ਦੀ ਲੜਾਈ ਅਤੇ ਇਕੱਠੇ ਹੋ ਕੇ ਲੰਗਰ ਵੀ ਛਕਦੇ ਹਨ। ਸਾਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਕਿ ਹੱਕ ਦੀ ਲੜਾਈ ਵਾਸਤੇ ਇੰਨੇ ਲੋਕ ਸ਼ਾਮਲ ਹੋਏ ਹਨ ਅਤੇ ਭਾਈਚਾਰਾ ਬਣਾ ਕੇ ਰੱਖਿਆ ਹੈ। ਬਹੁਤ ਚੰਗਾ ਲੱਗਦਾ ਹੈ ਦੇਖ ਕੇ ਕਿ ਸਾਰੇ ਕੌਮ ਦੇ ਲੋਕ ਸ਼ਾਂਤੀ ਤਰੀਕੇ ਨਾਲ ਹੱਕ ਮੰਗ ਰਹੇ ਹਨ ਅਤੇ ਹੱਕ ਮਿਲਣ ਤੱਕ ਪਿੱਛੇ ਨਹੀਂ ਹਟਣਗੇ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਅਤੇ ਜਿਹੜੇ ਕਾਨੂੰਨ ਪਾਸ ਕੀਤੇ ਗਏ ਹਨ ਉਹ ਜਲਦ ਤੋਂ ਜਲਦ ਰੱਦ ਕੀਤੇ ਜਾਣ। ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਸਭ ਲੋਕ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਕਰਨ ਭਾਵੇਂ ਅਸੀਂ ਦੂਰ ਵਿਦੇਸ਼ਾਂ ਵਿੱਚ ਵੀ ਰਹਿੰਦੇ ਹੋਈਏ। ਇਹ ਪ੍ਰੋਟੈਸਟ ਸਭ ਤੋਂ ਵੱਡੀ ਹੋ ਗਈ ਹੈ ਦੁਨੀਆ ਦੇ ਵਿੱਚ ਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਸਭ ਲੋਕ ਉਮੀਦ ਨਾਲ ਹਾਰੀਏ ਕਿਉਂਕਿ ਜਲਦੀ ਹੀ ਕਿਸਾਨ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ ਤੁਹਾਨੂੰ ਇਹ ਪੇਸ਼ਕਸ਼ ਕਿਸ ਤਰੀਕੇ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਤੇ ਇਹਨਾਂ ਬੱਚਿਆਂ ਦੇ ਬਾਰੇ ਤੁਹਾਡਾ ਕੀ ਕਹਿਣਾ ਆ। ਚਾਹੇ ਅੱਜ ਇਹ ਵਿਦੇਸ਼ੀ ਧਰਤੀ ਤੇ ਪੈਦਾ ਹੋਏ ਨੇ ਪਰ ਜੜ੍ਹਾਂ ਇਹਨਾਂ ਦੀਆਂ ਵੀ ਪੰਜਾਬ ਨਾਲ ਹੀ ਜੁੜੀਆਂ ਹੋਈਆਂ ਨੇ। ਸੋ ਧੰਨ ਜੀ ਇਹਨਾਂ ਦੇ ਮਾਪੇ ਜਿਨ੍ਹਾਂ ਨੇ ਇਹਨਾਂ ਨੂੰ ਇੰਨੇ ਵਧੀਆ ਸੰਸਕਾਰ ਦਿੱਤੇ ਨੇ। ਇਸ ਨਾਲ ਇਸ ਪੇਸ਼ਕਸ਼ ਦੇ ਬਾਰੇ ਵਿੱਚ ਤੇ ਬੱਚਿਆਂ ਦੇ ਬਾਰੇ ਵਿੱਚ ਕਮੈਂਟ ਕਰਕੇ ਸਾਨੂੰ ਦੱਸਿਓ ਜ਼ਰੂਰ ਕਿੱਦਾਂ ਦੀ ਲੱਗੀ ਇਹ ਪੇਸ਼ਕਸ਼। ਫਿਲਹਾਲ ਹਰਸ਼ ਦੇ ਨਾਲ ਮੈਨੂੰ ਤਰਨਜੀਤ ਕੌਰ ਘੁੰਮਣ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।